ਹੈਲੋ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ। ਸੋ ਜੇਕਰ ਤੁਸੀਂ ETT ਪੇਪਰ 2 ਦੀ ਤਿਆਰੀ ਕਰ ਰਹੇ ਹੋ, ਜਿਸ ਦੀਆਂ 6835 ਵੈਕੈਂਸੀਆਂ ਆਈਆਂ ਹੋਈਆਂ ਨੇ, ਤਾਂ ਉਹਨਾਂ ਦੇ ਵਿੱਚ ਆਪਾਂ ਮੈਥ ਦੇ ਟੌਪਿਕ ਦੇ ਬਾਰੇ ਅੱਜ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ, ਜਿਸ ਟੌਪਿਕ ਦਾ ਨਾਮ ਹੈ ਅੰਕ ਗਣਿਤਕ ਲੜੀਆਂ। ਅੰਕ ਗਣਿਤਕ ਲੜੀਆਂ, ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ, ਅਰਥਮੈਟਿਕ ਪ੍ਰੋਗਰੈਸ਼ਨ, ਸ਼ੋਰਟ ਦੇ ਵਿੱਚ ਕੀ ਕਹਿੰਦੇ ਆ, AP। ਸੋ ਇਹਨਾਂ ਦੇ ਬਾਰੇ ਪੂਰਾ ਚੈਪਟਰ ਕਰਾਂਗੇ ਆਪਾਂ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਅਗਰ ਤੁਸੀਂ ਮੇਰੇ ਇਸ YouTube ਚੈਨਲ ਤੇ ਨਵੇਂ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਇਹਦੇ ਵਿੱਚ ਦੇਖਾਂਗੇ ਕਿ ਅੰਕ ਗਣਿਤਕ ਲੜੀਆਂ ਕੀ ਹੁੰਦੀਆਂ ਨੇ, ਔਰ n ਪਦਾਂ ਦਾ ਜੋੜ ਕਿਵੇਂ ਪਤਾ ਕਰਦੇ ਹਾਂ, ਔਰ n ਪਦ ਜੇਕਰ ਪੁੱਛਿਆ ਜਾਏ AP ਦੇ ਵਿੱਚ ਕਿ ਇਹ n ਪਦ ਪਤਾ ਕਰੋ, ਮਤਲਬ 10ਵਾਂ ਪਦ ਪਤਾ ਕਰੋ, 15ਵਾਂ ਪਦ ਪਤਾ ਕਰੋ, ਤਾਂ ਉਹ ਆਪਾਂ ਕਿਵੇਂ ਪਤਾ ਕਰਦੇ ਹਾਂ। ਸੋ ਇਹ ਸਾਰਾ ਜੋ ਹੈ ਇਹਦੇ ਵਿੱਚ ਇਸ ਚੈਪਟਰ ਦੇ ਵਿੱਚ ਕੀ ਹੈ ਕੰਪਲੀਟ ਕਰਵਾਇਆ ਜਾਏਗਾ। ਸੋ ਵੀਡੀਓ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਔਰ ਆਪਣੇ ਸਾਥੀਆਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ। ਸੋ ਸਟਾਰਟ ਕਰਦੇ ਹਾਂ। ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅੰਕ ਗਣਿਤਕ ਲੜੀਆਂ ਕੀ ਹੁੰਦੀਆਂ ਨੇ, ਜਿਹਨੂੰ ਮੈਂ ਸ਼ੋਰਟ ਦੇ ਵਿੱਚ ਪੂਰੇ ਚੈਪਟਰ ਦੇ ਵਿੱਚ AP ਹੀ ਲਿਖਾਂਗਾ, ਮਤਲਬ ਅਰਥਮੈਟਿਕ ਪ੍ਰੋਗਰੈਸ਼ਨ। ਇਹ ਕੀ ਹੁੰਦੀਆਂ ਨੇ ਆਪਾਂ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ 1 2 3 ਔਰ 4, ਇਹ ਕੀ ਹੈ, ਚਲਦੀ ਜਾ ਰਹੀ ਹੈ ਲੜੀ। ਇਹ ਫਸਟ ਐਗਜ਼ਾਮਪਲ ਹੈ ਇਸ ਦੀ। ਸੋ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ 1 ਤੋਂ 2 ਤੱਕ ਜਾਣ 'ਤੇ 1 ਐਡ ਹੋ ਰਿਹਾ, 2 ਤੋਂ 3 ਤੱਕ ਜਾਣ 'ਤੇ ਵੀ 1 ਐਡ ਹੋ ਰਿਹਾ, ਔਰ 3 ਤੋਂ 4 ਤੱਕ ਜਾਣ 'ਤੇ ਵੀ ਕੀ ਹੈ, 1 ਐਡ ਹੋ ਰਿਹਾ। ਸੋ ਕੀ ਹੈ ਕਿ ਪਿਛਲੇ ਪਦ ਨਾਲੋਂ ਜੋ ਅਗਲਾ ਪਦ ਹੈ ਉਹ 1 ਵੱਧ ਹੈ। ਐਵੇਂ ਹੀ 2 ਨਾਲੋਂ 1 ਵੱਧ ਹੈ 3, 3 ਨਾਲੋਂ 1 ਵੱਧ ਹੈ 4। ਐਵੇਂ ਕੀ ਹੈ, ਇਹ ਲੜੀ ਚਲਦੀ ਜਾ ਰਹੀ ਹੈ, ਠੀਕ ਹੈ, ਇਨਫਿਨਿਟੀ ਤੱਕ। ਓਕੇ, ਸੈਕਿੰਡ ਦੇਖਦੇ ਹਾਂ ਇਸ ਦੀ ਐਗਜ਼ਾਮਪਲ। ਜਿਵੇਂ 100 80 60 40, ਇਹ ਕੀ ਹੈ, ਲੜੀ ਚਲਦੀ ਜਾ ਰਹੀ ਹੈ। ਇਹਦੇ ਵਿੱਚ ਕੀ ਹੋ ਰਿਹਾ ਹੈ, 20 ਮਾਈਨਸ ਹੋ ਰਿਹਾ, ਠੀਕ ਹੈ। 100 ਦੇ ਵਿੱਚੋਂ ਅਗਰ ਆਪਾਂ 20 ਮਾਈਨਸ ਕਰਾਂਗੇ ਤਾਂ 80 ਆਏਗਾ, 80 ਵਿੱਚੋਂ 20 ਮਾਈਨਸ ਕਰਾਂਗੇ ਤਾਂ 60 ਆਏਗਾ, 60 ਵਿੱਚੋਂ 20 ਮਾਈਨਸ ਕਰਾਂਗੇ ਤਾਂ 40 ਆਏਗਾ। ਸੋ ਕੀ ਹੋ ਰਿਹਾ ਕਿ 100 ਤੋਂ 80 ਤੱਕ ਜਾਣ 'ਤੇ 20 ਮਾਈਨਸ ਹੋ ਰਿਹਾ, 80 ਤੋਂ 60 ਤੱਕ ਜਾਣ 'ਤੇ 20 ਮਾਈਨਸ ਹੋ ਰਿਹਾ। ਸੋ 60 ਤੋਂ 40 ਤੱਕ ਜਾਣ 'ਤੇ ਕੀ ਹੈ, 20 ਮਾਈਨਸ ਹੋ ਰਿਹਾ। ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋ ਜੇ। ਥਰਡ ਐਗਜ਼ਾਮਪਲ ਹੈ, ਜਿਵੇਂ -3 -2 -1 0 1, ਇਹ ਲੜੀ ਕੀ ਹੈ, ਚਲਦੀ ਜਾ ਰਹੀ ਹੈ। ਇਸ ਲੜੀ ਦੇ ਵਿੱਚ ਕੀ ਹੋ ਰਿਹਾ, +1 ਹੋ ਰਿਹਾ। ਕੀ ਹੋ ਰਿਹਾ, +1 ਹੋ ਰਿਹਾ ਐਡ, ਠੀਕ ਹੈ। ਸੋ ਅਗਰ ਆਪਾਂ -3 ਦੇ ਵਿੱਚ +1 ਕਰਾਂਗੇ ਤਾਂ ਕਿੰਨਾ ਬਚੇਗਾ ਆਪਣੇ ਕੋਲ, -2। ਸੋ ਇਹ ਕੀ ਹੋ ਰਿਹਾ, -2 ਆ ਰਿਹਾ। ਐਵੇਂ ਹੀ -2 ਦੇ ਵਿੱਚ ਕੀ ਹੈ, -2 ਦੇ ਵਿੱਚ ਕੀ ਹੈ, ਅਗਰ ਆਪਾਂ +1 ਕਰਾਂਗੇ ਤਾਂ ਕਿੰਨਾ ਬਚੇਗਾ, -1। ਐਵੇਂ ਕੀ ਹੈ, -1 ਆ ਰਿਹਾ, ਔਰ -1 ਦੇ ਵਿੱਚ +1 ਕਰਾਂਗੇ ਤਾਂ ਕੀ ਹੋਏਗਾ, 0 ਆ ਜਾਏਗੀ। ਸੋ 0 ਆ ਰਿਹਾ, 0 ਵਿੱਚ 1 ਐਡ ਕਰਾਂਗੇ ਤਾਂ 1 ਆਏਗਾ। ਸੋ ਇਸ ਤਰ੍ਹਾਂ ਕੀ ਹੈ, ਇਹ ਸੂਚੀ ਦੇ ਵਿੱਚ ਕੀ ਹੈ, ਇਸ ਨੂੰ ਕਹਿੰਦੇ ਆ ਅੰਕ ਗਣਿਤਕ ਲੜੀਆਂ। ਐਵੇਂ ਹੀ ਅੰਕ ਗਣਿਤਕ ਲੜੀਆਂ ਦੇ ਵਿੱਚ ਜਿੰਨੇ ਵੀ 1 2 3 4 ਜੋ ਲਿਖਿਆ ਹੋਇਆ ਹੈ, ਇਹ ਸੰਖਿਆਵਾਂ ਨੂੰ ਕੀ ਕਹਿੰਦੇ ਆ, ਇਹ ਸੰਖਿਆਵਾਂ ਨੂੰ ਕਹਿੰਦੇ ਆ ਪਦ। ਕੀ ਕਹਿੰਦੇ ਆ, ਪਦ, ਮਤਲਬ ਟਰਮ। ਕੀ ਕਹਿੰਦੇ ਆ, ਟਰਮ ਕਹਿੰਦੇ ਆ, ਠੀਕ ਹੈ। ਸੋ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਇੱਕ AP ਦੇ ਵਿੱਚ ਕੀ ਹੈ, ਇੱਕ ਸਮਾਨ ਨਾਲ ਜਾਂ ਤਾਂ +1 ਐਡ ਹੋਏਗਾ ਸਾਰੀਆਂ ਟਰਮਾਂ ਦੇ ਵਿੱਚ, ਮਤਲਬ ਇੱਕ ਸੀਕੁਐਂਸ ਦੇ ਵਿੱਚ ਕੀ ਹੈ, AP ਚੱਲੇਗੀ। ਸੋ ਅਜਿਹੀਆਂ ਸੰਖਿਆਵਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ ਅੰਕ ਗਣਿਤਕ ਲੜੀ। ਕੀ ਕਹਿੰਦੇ ਆ, AP ਕਹਿੰਦੇ ਆ, ਠੀਕ ਹੈ। ਇਸ ਲਈ ਇੱਕ ਅੰਕ ਗਣਿਤਕ ਲੜੀ ਦੇ ਵਿੱਚ ਕੀ ਹੈ, ਸੰਖਿਆਵਾਂ ਦੀ ਇੱਕ ਅਜਿਹੀ ਸੂਚੀ ਹੁੰਦੀ ਹੈ ਜਿਸ ਵਿੱਚ ਹਰੇਕ ਪਦ ਜੋ ਹੈ ਪਹਿਲੇ ਪਦ ਤੋਂ ਬਿਨਾਂ ਆਪਣੇ ਤੋਂ ਪਿਛਲੇ ਪਦ ਵਿੱਚ ਕੀ ਹੈ, ਇੱਕ ਨਿਸ਼ਚਿਤ ਸੰਖਿਆ ਦਾ ਜੋੜ ਜਾਂ ਘਟਾਓ ਹੁੰਦਾ ਹੈ। ਫੋਰ ਐਗਜ਼ਾਮਪਲ 4, ਇਹਦੇ ਵਿੱਚ ਕੀ ਹੈ, +1 ਐਡ ਹੋ ਰਿਹਾ, ਠੀਕ ਹੈ। ਸੋ ਜੋ ਪਿਛਲਾ ਪਦ ਹੈ ਉਹਦੇ ਵਿੱਚ ਕੀ ਹੋ ਰਿਹਾ, 1 ਐਡ ਹੋ ਰਿਹਾ। ਸੋ ਐਵੇਂ ਹੀ 2 ਦੇ ਵਿੱਚ 1 ਐਡ ਹੋ ਰਿਹਾ। ਐਵੇਂ ਆਪਾਂ ਇੱਕ ਹੋਰ ਐਗਜ਼ਾਮਪਲ ਦੇਖੀ ਸੀ, ਇਹਦੇ ਵਿੱਚ ਵੀ ਕੀ ਹੋ ਰਿਹਾ, 1 ਐਡ ਹੋ ਰਿਹਾ, ਠੀਕ ਹੈ। ਸੋ ਕੀ ਕਹਿੰਦੇ ਆ ਕਿ ਪਿਛਲੇ ਪਦ ਦੇ ਵਿੱਚ ਜਾਂ ਤਾਂ ਕੋਈ ਚੀਜ਼ ਜੁੜਦੀ ਹੈ ਜਾਂ ਕੋਈ ਚੀਜ਼ ਘਟਦੀ ਹੈ। ਜਿਵੇਂ ਆਪਾਂ ਘਟਾਉਣ ਵਾਲੀ ਵੇਖੀ ਸੀ 100 80 60, ਇਹਦੇ ਵਿੱਚ ਕੀ ਹੋ ਰਿਹਾ ਸੀ, -20 ਹੋ ਰਿਹਾ ਸੀ।
ਸੋ ਇਸ ਲਈ ਕਹਿੰਦੇ ਆ ਕਿ ਪਹਿਲੇ ਪਦ ਜਾਂ ਪਹਿਲੇ ਟਰਮ ਦੇ ਵਿੱਚ ਅਗਲੀ ਟਰਮ ਜੋ ਆਉਂਦੀ ਹੈ ਜਾਂ ਤਾਂ ਜੋੜ ਕੇ ਆਉਂਦੀ ਹੈ ਜਾਂ ਕੋਈ ਸੰਖਿਆ ਨੂੰ ਘਟਾ ਕੇ ਆਉਂਦੀ ਹੈ। ਸੋ ਇੱਕ ਨਿਸ਼ਚਿਤ ਸੰਖਿਆ ਵਿੱਚ AP ਦਾ ਸਾਂਝਾ ਅੰਤਰ ਜੋ ਹੁੰਦਾ ਹੈ, ਜੋ ਕਾਮਨ ਡਿਫਰੈਂਸ ਹੁੰਦਾ ਹੈ, ਉਸ ਨੂੰ ਕਹਿੰਦੇ ਆ, ਠੀਕ ਹੈ। ਇਸ ਲਈ ਕੀ ਕਹਿੰਦੇ ਆ ਕਿ ਜਦੋਂ ਵੀ ਇੱਕ AP ਲਿਖੀ ਜਾਂਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਕਾਮਨ ਡਿਫਰੈਂਸ ਹੁੰਦਾ ਹੈ। ਮਤਲਬ ਜਿੰਨੀਆਂ ਵੀ ਟਰਮਾਂ ਹੋਣਗੀਆਂ ਉਹਨਾਂ ਦੇ ਵਿੱਚ ਇੱਕ ਹੀ ਕਾਮਨ ਡਿਫਰੈਂਸ ਹੋਏਗਾ। ਸਾਰੀਆਂ ਦੇ ਵਿੱਚ ਕੀ ਹੋ ਰਿਹਾ, ਇੱਕ ਐਡ ਹੋ ਰਿਹਾ, ਠੀਕ ਹੈ। ਐਵੇਂ ਆਪਾਂ ਇਹ ਦੇਖੀ ਸੀ 100 ਤੋਂ 80 60 40, ਇਹ ਕੀ ਹੈ, ਸਾਰੀਆਂ ਦੇ ਵਿੱਚ ਹੀ ਮਾਈਨਸ ਵੀ ਹੋ ਰਿਹਾ। ਸੋ ਇਹ ਕੀ ਹੈ, ਕਾਮਨ ਡਿਫਰੈਂਸ ਹੈ। ਇਹ ਕੀ ਹੈ, ਕਾਮਨ ਡਿਫਰੈਂਸ ਹੈ। ਇਹ ਕਾਮਨ ਡਿਫਰੈਂਸ ਜੋ ਹੈ ਜਾਂ ਤਾਂ ਪੋਜ਼ਿਟਿਵ ਹੋ ਸਕਦਾ ਜਾਂ ਨੈਗੇਟਿਵ ਹੋ ਸਕਦਾ। ਇਸ ਤੋਂ ਇਲਾਵਾ ਜ਼ੀਰੋ ਵੀ ਹੋ ਸਕਦਾ, ਠੀਕ ਹੈ। ਜੋ ਇਹ ਕਾਮਨ ਡਿਫਰੈਂਸ ਹੈ AP ਦੇ ਵਿੱਚ ਚੱਲ ਰਿਹਾ, ਇਹ ਜਾਂ ਤਾਂ ਪੋਜ਼ਿਟਿਵ ਹੁੰਦਾ, ਜਿਵੇਂ ਆਪਾਂ ਦੇਖਿਆ ਸੀ 1 2 3 4 ਦੇ ਵਿੱਚ ਇਹ ਕੀ ਹੈ, 1 ਐਡ ਹੋ ਰਿਹਾ। ਇਹ ਕੀ ਹੈ, ਪੋਜ਼ਿਟਿਵ ਜੋ ਹੈ ਡਿਫਰੈਂਸ ਹੈ। ਇਵੇਂ ਹੀ ਆਪਾਂ ਦੇਖਿਆ 100 ਤੋਂ 80 ਤੱਕ ਜਾਣ 'ਤੇ ਮਾਈਨਸ ਹੋ ਰਿਹਾ, ਇਹ ਕੀ ਹੈ, ਨੈਗੇਟਿਵ ਹੈ, ਠੀਕ ਹੈ। ਜੇਕਰ ਮੈਂ ਇਹ ਸੀਰੀਜ਼ ਲਿਖ ਲਾਂ ਇਹ ਇੱਕ ਸੀਰੀਜ਼ ਹੈ 3 3 3, ਇਹਦੇ ਵਿੱਚ ਕੀ ਹੋ ਰਿਹਾ, ਜ਼ੀਰੋ ਐਡ ਹੋ ਰਿਹਾ। ਸੋ ਇਹ ਕੀ ਹੈ, ਜਾਂ ਤਾਂ ਕਾਮਨ ਡਿਫਰੈਂਸ ਪੋਜ਼ਿਟਿਵ ਹੋ ਸਕਦਾ ਹੈ ਜਾਂ ਨੈਗੇਟਿਵ ਹੋ ਸਕਦਾ ਹੈ ਜਾਂ ਜ਼ੀਰੋ ਹੋ ਸਕਦਾ ਹੈ, ਠੀਕ ਹੈ। ਸੋ ਜਦੋਂ ਵੀ ਕੋਈ AP ਲਿਖੀ ਜਾਂਦੀ ਹੈ, ਮੰਨ ਲਓ AP ਮੈਂ ਲਿਖ ਰਿਹਾ ਇੱਕ 1 2 3 4 5, ਇਹ ਚਲਦੀ ਜਾ ਰਹੀ ਹੈ। ਇਹਦੇ ਵਿੱਚ ਜੋ ਪਹਿਲਾ ਪਦ ਹੁੰਦਾ ਹੈ ਉਹਨੂੰ ਕਿਸ ਨਾਲ ਸ਼ੋ ਕਰਦੇ ਹਾਂ, A1 ਨਾਲ, ਦੂਜੇ ਨੂੰ A2 ਨਾਲ, ਤੀਜੇ ਨੂੰ A3 ਨਾਲ, A3 ਨਾਲ। ਐਵੇਂ ਜੋ ਚੱਲਦਾ ਹੋਇਆ ਲਾਸਟ ਪਦ ਹੋਏਗਾ ਜੋ ਵੀ ਇਨਫਿਨਿਟੀ ਆ ਉਹਨੂੰ ਕਿਹਦੇ ਨਾਲ ਸ਼ੋ ਕਰਾਂਗੇ, AN ਨਾਲ। ਕਿਹਦੇ ਨਾਲ ਸ਼ੋ ਕਰਾਂਗੇ, AN ਨਾਲ, ਠੀਕ ਹੈ। ਇਹਦੇ ਵਿੱਚ ਕੀ ਹੋ ਰਿਹਾ, ਜੋ A2 ਹੈ ਮਾਈਨਸ A1 ਦੇ ਔਰ ਇਹ ਇਕੁਅਲ ਕਿੰਦੇ ਹੈ, A3 ਮਾਈਨਸ A2 ਦੇ। ਸੋ ਇਹ ਕੀ ਚੀਜ਼ ਹੈ, D ਹੈ। D ਮਤਲਬ ਡਿਫਰੈਂਸ ਹੈ ਇਹਨਾਂ ਦੇ ਵਿੱਚ। ਕਿਵੇਂ ਹੈ, A2 ਕੀ ਹੈ ਇੱਥੇ, A2 ਕੀ ਹੈ, 2 ਹੈ। A2 ਕੀ ਹੈ, 2 ਹੈ ਔਰ A1 ਕੀ ਹੈ, 1 ਹੈ। ਇਹਦੇ ਵਿੱਚ ਡਿਫਰੈਂਸ ਇਹ ਕਿੰਨਾ ਹੋ ਗਿਆ, 1। A3 ਕੀ ਕਿੰਨਾ ਹੈ, A3 3 ਹੈ ਔਰ A2 ਕਿੰਨਾ ਹੈ, 2 ਹੈ। ਸੋ ਇਹ ਵੀ 1 ਹੈ। ਸੋ D ਕਿੰਨਾ ਹੋ ਗਿਆ, 1 ਹੋ ਗਿਆ। ਸੋ ਡਿਫਰੈਂਸ ਕਿੰਨਾ ਹੈ, 1 ਹੈ। ਸੋ D ਹੁੰਦਾ ਹੈ ਇੱਕ ਪਹਿਲਾ ਪਦ ਪਤਾ ਹੋਣਾ ਚਾਹੀਦਾ, ਇੱਕ D ਪਤਾ ਹੋਣਾ ਚਾਹੀਦਾ, ਤਾਂ ਆਪਾਂ AP ਦੇ ਬਾਰੇ ਕਾਫੀ ਸਾਰੀ ਇਨਫੋਰਮੇਸ਼ਨ ਕੀ ਹੈ ਪਤਾ ਕਰ ਸਕਦੇ ਹਾਂ। ਇਹ D ਕੱਢਣ ਦਾ ਫਾਰਮੂਲਾ ਹੈ। D ਕਿਵੇਂ ਨਿਕਲਦਾ ਹੈ, ਜੋ D ਹੈ ਉਹ ਕਿਵੇਂ ਨਿਕਲਦਾ ਹੈ, ਦੂਸਰਾ ਪਦ ਲੈ ਲਓ ਔਰ ਉਹਦੇ ਵਿੱਚੋਂ ਪਹਿਲਾ ਪਦ ਜੋ ਹੈ ਮਾਈਨਸ ਕਰ ਦਿਓ। ਇਹ D ਕੱਢਣ ਦਾ ਕੀ ਹੈ, ਫਾਰਮੂਲਾ ਹੈ। ਓਕੇ, ਇਹ ਤੁਸੀਂ ਨੋਟ ਕਰ ਲੈਣਾ, ਠੀਕ ਹੈ। ਇਸ ਤੋਂ ਇਲਾਵਾ ਜੇਕਰ A ਪਹਿਲਾ ਟਰਮ ਹੈ, ਦੂਸਰਾ ਜੋ ਹੈ AD ਹੋਏਗਾ, ਤੀਸਰਾ ਕੀ ਹੈ A + 2D ਹੋਏਗਾ, ਤੀਸਰਾ ਕੀ ਹੋਏਗਾ A + 3D ਹੋਏਗਾ। ਕਿਵੇਂ, ਫੋਰ ਐਗਜ਼ਾਮਪਲ ਇੱਕ AP ਹੈ, ਉਹੀ ਲੈ ਲੈਂਦੇ ਹਾਂ 1 2 3 4 5। ਇਹਦੇ ਵਿੱਚ A ਜੋ ਹੈ 1 ਹੈ ਔਰ 1 + D ਕਿੰਨਾ ਹੈ, D ਕਿਵੇਂ ਕੱਢਾਂਗੇ, 2 ਦੇ ਵਿੱਚੋਂ -1 ਕਰ ਦਾਂਗੇ, D ਕਿੰਨਾ ਹੈ, 1। ਓਕੇ, A2 ਕਿੰਨਾ ਹੈ ਇੱਥੇ, D ਕਿਵੇਂ ਪਤਾ ਕੀਤਾ, A2 ਦੀ ਵੈਲਿਊ ਪੁੱਟ ਕਰਤੀ, A2 ਦੀ ਵੈਲਿਊ 2 ਹੈ ਔਰ A1 ਦੀ ਵੈਲਿਊ ਕਿੰਨੀ ਹੈ, 1। ਸੋ D ਕਿੰਨਾ ਆ ਗਿਆ, 1। ਸੋ ਇਹਦੇ ਵਿੱਚ 1 ਐਡ ਕੀਤਾ। ਐਵੇਂ ਹੀ A ਕਿੰਨਾ ਹੈ, ਇੱਥੇ 1 ਹੈ ਪਲੱਸ 2D, 2 × 1। ਸੋ ਇਹ ਕਿੰਨਾ ਬਣ ਗਿਆ, 1 2 3। ਇਹ ਕੀ ਹੈ, ਉਹੀ ਜੋ AP ਆਪਾਂ ਲਿਖੀ ਸੀ ਉਹੀ ਆਪਾਂ ਨੂੰ ਮਿਲ ਗਈ, ਠੀਕ ਹੈ। ਸੋ ਇਹ AP ਨੂੰ ਦਰਸਾਉਣ ਵਾਲੀ ਇੱਕ ਅੰਕਗਣਿਤਕ ਲੜੀ ਦੇ ਵਿੱਚ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ, A ਪਤਾ ਹੋਣਾ ਚਾਹੀਦਾ, ਮਤਲਬ ਪਹਿਲੀ ਟਰਮ ਪਤਾ ਹੋਣੀ ਚਾਹੀਦੀ ਹੈ ਔਰ D ਡਿਫਰੈਂਸ ਪਤਾ ਹੋਣਾ ਚਾਹੀਦਾ, ਠੀਕ ਹੈ। ਇੱਕ ਅੰਕਗਣਿਤਕ ਲੜੀ ਨੂੰ ਦਰਸਾਉਂਦੀ ਹੈ ਇਹ, ਜਿਸ ਵਿੱਚ A ਕੀ ਹੈ, ਪਹਿਲਾ ਪਦ ਹੈ, D ਕੀ ਹੈ, ਕਾਮਨ ਡਿਫਰੈਂਸ ਹੈ, ਠੀਕ ਹੈ। ਇਹ AP ਦਾ ਆਮ ਰੂਪ ਹੈ, ਮਤਲਬ ਜਨਰਲ ਫਾਰਮ ਹੈ। ਕੀ ਹੈ, ਜਨਰਲ ਫਾਰਮ ਹੈ। ਓਕੇ, ਇਹ AP ਦਾ ਆਮ ਰੂਪ ਹੈ ਜਿਸ ਨੂੰ ਕਹਿੰਦੇ ਆ ਜਨਰਲ ਫਾਰਮ, ਠੀਕ ਹੈ। ਇਸ ਤਰ੍ਹਾਂ ਦੀ AP ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਸੀਮਤ AP ਹੁੰਦੀ ਹੈ। ਸੀਮਤ AP ਕਿਹੜੀ ਹੁੰਦੀ ਹੈ, ਜਿਸ ਦੇ ਵਿੱਚ ਕੀ ਹੈ, ਲਾਸਟ ਵਾਲਾ ਪਦ ਆਪਾਂ ਨੂੰ ਪਤਾ ਹੋਏ। ਜਿਵੇਂ 1 2 3 ਇਹ ਚਲਦੀ ਜਾ ਰਹੀ ਹੈ ਔਰ 10 ਤੱਕ ਚਲਦੀ ਜਾ ਰਹੀ ਹੈ। ਇਹ ਕੀ ਹੈ, ਇੱਕ ਤਰ੍ਹਾਂ ਦੀ ਸੀਮਤ AP ਹੈ, ਸੀਮਤ AP ਹੈ, ਠੀਕ ਹੈ। ਮਤਲਬ ਜਿਸ ਦੇ ਵਿੱਚ ਕੀ ਹੈ, ਆਪਾਂ ਨੂੰ ਲਾਸਟ ਟਰਮ ਕੀ ਹੈ ਪਤਾ ਹੈ, ਲਾਸਟ ਟਰਮ ਕੀ ਹੈ ਇਹਦੇ ਵਿੱਚ,
10 है। ठीक है, इस तरह की AP ਨੂੰ ਸੀਮਿਤ AP ਕਹਿੰਦੇ ਆ। ਠੀਕ ਹੈ, ਦੂਸਰੀ ਹੁੰਦੀ ਹੈ ਅਸੀਮਿਤ AP। ਅਸੀਮਿਤ AP ਉਹ ਕਿਹੜੀ ਹੁੰਦੀ ਹੈ, ਜਿੰਦੇ ਵਿੱਚ ਆਪਾਂ ਨੂੰ ਲਾਸਟ ਵਾਲਾ ਪਦ ਜੋ ਹੈ ਉਹ ਪਤਾ ਨਾ ਹੋਵੇ। ਫੋਰ ਐਗਜ਼ਾਮਪਲ 1 2 3 ਇਹ ਚਲਦੀ ਜਾ ਰਹੀ ਹੈ, ਪਤਾ ਹੀ ਨਹੀਂ ਹੈ ਆਪਾਂ ਨੂੰ ਲਾਸਟ ਪਦ ਕੀ ਹੈ। ਠੀਕ ਹੈ, ਇਸ ਨੂੰ ਕੀ ਕਹਿੰਦੇ ਆ ਇੰਗਲਿਸ਼ ਵਿੱਚ? ਇਨਫਾਈਨਾਈਟ ਅਰਥਮੈਟਿਕ ਪ੍ਰੋਗਰੈਸ਼ਨ। ਇਨਫਾਈਨਾਈਟ ਅਰਥਮੈਟਿਕ ਪ੍ਰੋਗਰੈਸ਼ਨ। ਠੀਕ ਹੈ, ਸੋ AP ਦੇ ਬਾਰੇ ਆਪਾਂ ਨੂੰ ਜਾਣਨ ਲਈ ਘੱਟੋ ਘੱਟ ਕੀ ਪਤਾ ਹੋਣਾ ਚਾਹੀਦਾ? ਇਹ ਮੈਂ ਪਹਿਲਾਂ ਦੱਸ ਚੁੱਕਿਆ। ਇੱਕ ਤਾਂ ਇਹ ਪਤਾ ਹੋਏ, ਇਹ ਮਤਲਬ ਪਹਿਲਾ ਪਦ ਪਤਾ ਹੋਏ, ਫਸਟ ਟਰਮ ਪਤਾ ਹੋਏ, ਔਰ D ਪਤਾ ਹੋਣਾ ਚਾਹੀਦਾ। D ਮਤਲਬ ਉਹਨਾਂ ਦਾ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਵਿੱਚ AP ਦੇ ਵਿੱਚ ਡਿਫਰੈਂਸ ਕੀ ਹੈ। ਓਕੇ, ਸੋ ਫੋਰ ਐਗਜ਼ਾਮਪਲ ਜਿਵੇਂ ਜੇਕਰ ਆਪਾਂ ਨੂੰ ਪਤਾ ਹੋਏ ਕਿ ਪਹਿਲਾ ਪਦ ਜੋ ਹੈ ਮਤਲਬ ਫਸਟ ਟਰਮ ਜੋ ਹੈ ਉਹ 6 ਹੈ, ਔਰ ਉਹਨਾਂ ਦੇ ਵਿੱਚ ਸਾਂਝਾ ਅੰਤਰ ਜੋ ਹੈ, ਸਾਂਝਾ ਅੰਤਰ ਮਤਲਬ ਕਾਮਨ ਡਿਫਰੈਂਸ ਜੋ ਹੈ ਉਹ 3 ਹੈ, ਤਾਂ AP ਪਤਾ ਕਰਨ ਨੂੰ ਕਹਿ ਦਿੱਤੀ ਜਾਵੇ। ਉਹ ਆਪਾਂ AP ਕਿਵੇਂ ਪਤਾ ਕਰਾਂਗੇ? ਕਿਉਂਕਿ ਪਹਿਲਾ ਪਦ ਕੀ ਹੈ? 6 ਹੈ। ਸੋ ਪਹਿਲਾ ਪਦ 6 ਆ ਜਾਏਗਾ। ਸਾਂਝਾ ਅੰਤਰ ਕਿੰਨਾ ਹੈ? 3 ਹੈ। ਸੋ ਸਾਂਝਾ ਅੰਤਰ 3 ਹੈ। ਆਪਾਂ ਨੂੰ ਇਹ ਪਤਾ ਸੀ A plus D, A plus 2D, A plus 3D ਇਹ ਕੀ ਹੈ? AP ਪਤਾ ਕਰਨ ਦਾ ਇੱਕ ਤਰੀਕਾ ਹੈ। ਸੋ ਕਰਦੇ ਚੱਲੋ। A ਪਤਾ ਆਪਾਂ ਨੂੰ, A ਕਿੰਨਾ ਹੈ? 3 ਹੈ। 3 ਔਰ D A ਕਿੰਨਾ ਹੈ? ਸੌਰੀ 6 ਹੈ, ਔਰ D ਕਿੰਨਾ ਹੈ? 3 ਹੈ। ਸੋ ਦੂਜਾ ਪਦ ਕਿੰਨਾ ਹੋ ਜਾਏਗਾ? 9। ਠੀਕ ਹੈ, ਇਵੇਂ ਹੀ ਤੀਸਰਾ ਪਦ ਪਤਾ ਕਰ ਲਾਂਗੇ। A ਕਿੰਨਾ ਹੈ? 6 ਹੈ, ਔਰ D ਕਿੰਨਾ ਹੈ? 3 ਹੈ, ਨਾਲ 2 ਆ ਰਿਹਾ ਗੁਣਾ ਦੇ ਵਿੱਚ। ਸੋ ਕਿੰਨਾ ਆ ਜਾਏਗਾ? 12 ਆ ਜਾਏਗਾ। ਇਵੇਂ ਹੀ ਚੌਥਾ ਪਦ ਪਤਾ ਕਰ ਲਾਂਗੇ। A 6 ਹੈ, ਔਰ 3 × 3 9 6 15 ਆ ਜਾਏਗਾ। ਠੀਕ ਹੈ, ਸੋ ਕੀ ਸੀਕੁਐਂਸ ਬਣ ਜਾਏਗੀ? 6 9 12 ਔਰ 15। ਇਹ ਕੀ ਹੈ? ਚਲਦੀ ਜਾਏਗੀ। ਇੱਕ AP ਹੈ। ਇਹ ਕੀ ਹੈ? ਇੱਕ AP ਹੈ, ਜਿੰਦੇ ਵਿੱਚ A ਕਿੰਨਾ ਹੈ? 6 ਹੈ, ਔਰ D ਕੀ ਆ ਰਿਹਾ? ਪਲੱਸ ਦਾ 3 ਆ ਰਿਹਾ, ਕਿਉਂਕਿ 3 ਕੀ ਹੈ? ਐਡ ਹੋ ਰਿਹਾ। ਠੀਕ ਹੈ, ਜੇਕਰ ਹੁਣ ਆਪਾਂ ਨੂੰ ਕਹਿ ਦਿੱਤਾ ਜਾਵੇ ਕਿ ਇੱਕ AP ਪਤਾ ਕਰੋ ਜਿਸ ਦੇ ਵਿੱਚ A ਕਿੰਨਾ ਹੈ? 6 ਹੈ, ਔਰ D ਕਿੰਨਾ ਹੈ? -3 ਹੈ। ਕਿਵੇਂ ਪਤਾ ਕਰਾਂਗੇ? ਉਹੀ ਟ੍ਰਿਕ ਯੂਜ਼ ਕਰਾਂਗੇ ਜਿਹੜੀ ਆਪਾਂ ਪਿਛਲੇ ਪਾਸੇ ਵਰਤੀ ਸੀ। A plus D, A plus 2D, A plus 3D ਇਹਦੇ ਵਿੱਚ ਵੈਲਿਊ ਪੁੱਟ ਕਰੋ। ਫਸਟ ਤਾਂ ਟਰਮ ਆ ਜਾਏਗੀ 6 ਆ ਜਾਏਗੀ ਨਾ, ਕਿਉਂਕਿ A ਦੀ ਵੈਲਿਊ ਹੈ। ਦੂਜੀ ਟਰਮ ਲਈ 6 + -3, ਕਿਉਂਕਿ D ਕਿੰਨਾ ਦਿੱਤਾ ਹੈ? -3। ਸੋ ਪਹਿਲੀ 6 ਆ ਗਈ, ਦੂਸਰੀ ਪਲੱਸ ਦਾ 3 ਆਏਗੀ। ਠੀਕ ਹੈ, ਕਿਉਂਕਿ 6 ਵੱਡਾ ਹੈ -3 ਤੋਂ। ਤੀਸਰੀ ਪਤਾ ਕਰਦੇ ਹਾਂ 6 + 2D, 2 × -3 ਇਹ ਕਿੰਨਾ ਹੋ ਜਾਏਗਾ? 0 ਹੋ ਜਾਏਗਾ, ਕਿਉਂਕਿ 6 ਦੇ ਵਿੱਚੋਂ -6 ਕਰਾਂਗੇ ਤਾਂ 0 ਆ ਜਾਏਗਾ। ਐਵੇਂ ਹੀ ਚੌਥੀ ਟਰਮ ਦੇ ਵਿੱਚ ਵੈਲਿਊ ਪੁੱਟ ਕਰੋਗੇ ਤਾਂ ਕਿੰਨਾ ਆ ਜਾਏਗਾ? -3 ਆ ਜਾਏਗਾ। ਇਹ ਕੀ ਹੈ? ਚਲਦੀ ਜਾਏਗੀ ਸੀਕੁਐਂਸ। ਓਕੇ, ਸੋ ਇਸ ਲਈ ਆਪਾਂ ਕੀ ਕਹਿੰਦੇ ਹਾਂ, ਜਦੋਂ ਆਪਾਂ ਨੂੰ A ਪਤਾ ਹੋਏ ਔਰ D ਪਤਾ ਹੋਏ, ਸੋ ਆਪਾਂ ਕੀ ਕਰ ਸਕਦੇ ਹਾਂ? AP ਲਿਖ ਸਕਦੇ ਹਾਂ। ਮਤਲਬ ਅਰਥਮੈਟਿਕ ਪ੍ਰੋਗਰੈਸ਼ਨ ਕੀ ਹੈ? ਆਪਾਂ ਲਿਖ ਸਕਦੇ ਹਾਂ। ਇਸ ਲਈ ਆਪਾਂ ਕੀ ਕਹਿੰਦੇ ਹਾਂ ਕਿ AP ਵਿੱਚ ਹਰੇਕ ਆਉਣ ਵਾਲਾ ਪਦ ਆਪਣੇ ਤੋਂ ਪਹਿਲੇ ਪਦ ਵਿੱਚ ਕੀ ਹੈ? D ਜੋੜ ਕੇ ਪ੍ਰਾਪਤ ਹੁੰਦਾ ਹੈ। D ਜੋੜ ਕੇ ਪ੍ਰਾਪਤ ਹੁੰਦਾ ਹੀ ਹੈ, ਕਿਉਂਕਿ ਆਪਾਂ ਇਹ ਲਿਖਿਆ A plus 2D, A plus D, A plus 2D, A plus 3D, ਕਿਉਂਕਿ ਅਰਥਮੈਟਿਕ ਪ੍ਰੋਗਰੈਸ਼ਨ ਦੇ ਵਿੱਚ ਕੀ ਹੈ? ਪਹਿਲੇ ਪਦ ਦੇ ਵਿੱਚ ਕੀ ਹੈ? D ਜੋੜੀ ਜਾਂਦੀ ਹੈ। ਸੋ ਅਗਲਾ ਪਦ ਕੀ ਹੈ? ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, ਕਿਸੇ ਦੋ ਲਗਾਤਾਰ ਪਦਾਂ ਵਿੱਚ ਜੋ ਹੈ ਅੰਤਰ ਆਪਾਂ ਦੇਖਿਆ ਸੀ ਕਿ 3 ਸੀ, ਜਦੋਂ ਆਪਾਂ ਇੱਕ ਸੀਰੀਜ਼ ਨੂੰ ਪਤਾ ਕੀਤਾ ਸੀ ਜੋ ਪਿਛਲੀ ਸੀ 6 3 0 -3। ਇਹ ਕੀ ਹੈ? ਇੱਕ ਤਰ੍ਹਾਂ ਦਾ D ਹੈ। ਓਕੇ, ਠੀਕ ਹੈ, ਹੁਣ ਇੱਕ ਕੁਐਸਚਨ ਕਰਦੇ ਹਾਂ। ਇੱਕ AP ਦਿੱਤੀ ਹੋਈ ਹੈ ਆਪਾਂ ਨੂੰ, ਇੱਕ AP ਦਿੱਤੀ ਹੋਈ ਹੈ ਜਿੰਦਾ ਫਸਟ ਪਦ ਹੈ 3/2, ਸੈਕਿੰਡ ਹੈ 1/2, ਥਰਡ ਹੈ -1/2, ਔਰ फोर्थ है -3/2। ਇਹ ਕੀ ਹੈ? ਚਲਦੀ ਜਾ ਰਹੀ ਹੈ ਅੱਗੇ। ਓਕੇ, ਸੋ ਇਹਦੇ ਵਿੱਚ ਕੀ ਕਿਹਾ ਗਿਆ ਕਿ ਪਹਿਲਾ ਪਦ A ਹੈ
ਅਤੇ ਸਾਂਝਾ ਅੰਤਰ ਡੀ ਲਿਖੋ। ਇੱਕ ਤਾਂ ਪਹਿਲਾ ਪਦ ਪਤਾ ਕਰੋ ਇਹਨਾਂ ਦਾ, ਪਹਿਲੀ ਟਰਮ ਕੀ ਹੈ, ਪਹਿਲੀ ਟਰਮ ਪਤਾ ਕਰੋ ਔਰ ਨਾਲ ਹੀ ਡੀ ਪਤਾ ਕਰੋ ਕਿ ਡੀ ਕਿੰਨਾ ਹੈ, ਮਤਲਬ ਡਿਫਰੈਂਸ ਕਿੰਨਾ ਹੈ। ਸੋ ਆਪਾਂ ਪਤਾ ਕਰ ਲਾਂਗੇ। ਕਿਵੇਂ ਪਤਾ ਕਰਾਂਗੇ? ਪਹਿਲਾ ਪਦ ਤਾਂ ਆਪਾਂ ਨੂੰ ਪਤਾ ਹੈ ਕਿ ਪਹਿਲਾ ਪਦ a ਹੈ, ਠੀਕ ਹੈ, 3/2। ਡੀ ਕੱਢਣ ਲਈ ਕੀ ਕਰਦੇ ਹਾਂ? ਡੀ ਕੱਢਣ ਲਈ ਕਰਦੇ ਹਾਂ a2 - a1, ਠੀਕ ਹੈ, ਕਿਉਂਕਿ ਉਹਨਾਂ ਨੇ ਕਿਹਾ AP ਹੈ। AP ਹੈ ਤਾਂ ਮਤਲਬ ਸਿਰਫ ਆਪਾਂ ਇਹਨਾਂ ਦੋਵਾਂ ਦੇ ਵਿੱਚ ਹੀ ਵੇਖਾਂਗੇ, ਸਾਰੀਆਂ ਟਰਮਾਂ ਨੂੰ ਲੈ ਕੇ ਆਪਾਂ ਨਹੀਂ ਵੇਖਾਂਗੇ, ਠੀਕ ਹੈ। ਸਾਰੀਆਂ ਟਰਮਾਂ ਨੂੰ ਲੈ ਕੇ ਉਦੋਂ ਵੇਖਦੇ ਹਾਂ ਜਦੋਂ ਪਤਾ ਕਰਨਾ ਹੋਏ ਕਿ ਦਿੱਤੀ ਹੋਈ ਸੀਰੀਜ਼ AP ਹੈ ਜਾਂ ਨਹੀਂ। ਉਹ ਆਪਾਂ ਇੱਕ ਕੁਐਸਚਨ ਅੱਗੇ ਕਰਾਂਗੇ। ਸੋ ਡੀ ਕੱਢਦੇ ਹਾਂ। ਡੀ ਕਿਵੇਂ ਕੱਢਾਂਗੇ? A2 ਕਿੰਨਾ ਹੈ? A2 ਕਿੰਨਾ ਹੈ? A ਵਾਲੀ A2 ਹੈ 1/2 ਮਾਈਨਸ A1। A1 ਕਿੰਨਾ ਹੈ? 3/2। ਐਲਸੀਐਮ ਕਾਮਨ ਹੈ ਕਿਉਂਕਿ ਜੋ ਹਰ ਹੈ, ਜੋ ਡਿਨੋਮੀਨੇਟਰ ਹੈ ਉਹ ਕੀ ਹੈ? 2 ਹੈ। ਸੋ 1/3 ਕਰਾਂਗੇ ਤਾਂ ਕੀ ਆ ਜਾਏਗਾ? -2/2। ਕਿੰਨਾ ਆ ਜਾਏਗਾ? -1। ਕਿੰਨਾ ਆ ਜਾਏਗਾ? -1 ਕੀ ਹੈ? ਡੀ ਹੈ। ਡੀ ਕਿੰਨਾ ਆਪਾਂ ਕੱਢ ਲਿਆ? -1 ਹੈ। ਓਕੇ, ਸੋ ਇਹ ਹੈ A ਔਰ ਡੀ ਪਤਾ ਕਰਨ ਦਾ ਤਰੀਕਾ। ਹੁਣ ਆਪਾਂ ਨੂੰ ਕੁਐਸਚਨ ਵਿੱਚ ਇਹ ਪੁੱਛਿਆ ਜਾਵੇ ਕਿ ਦਿੱਤੀ ਹੋਈ ਸੰਖਿਆ AP ਹੈ, AP ਹੈ ਜਾਂ ਨਹੀਂ ਹੈ, ਇਹ ਪਤਾ ਕਰਨਾ ਹੈ। ਸੋ ਦੇਖਦੇ ਹਾਂ ਕਿ ਇੱਕ ਕੁਐਸਚਨ ਲੈ ਕੇ 4, 10, 16 ਔਰ 22 ਇਹ ਪਤਾ ਕਰਨਾ ਹੈ ਕਿ ਇਹ AP ਹੈ ਜਾਂ ਨਹੀਂ ਹੈ। ਸੋ AP ਹੈ ਜਾਂ ਨਹੀਂ ਹੈ ਇਹ ਆਪਾਂ ਪਤਾ ਕਿਵੇਂ ਕਰਾਂਗੇ? ਡੀ ਪਤਾ ਕਰਕੇ। ਡਿਫਰੈਂਸ ਕਿੰਨਾ ਹੈ ਇਹਨਾਂ ਸਾਰੇ ਪਦਾਂ ਦੇ ਵਿੱਚ? ਕਿਵੇਂ ਪਤਾ ਕਰਦੇ ਹਾਂ ਡੀ? A2 - A1 ਕਿੰਨਾ ਹੈ? A2 10 ਔਰ A1 ਕਿੰਨਾ ਹੈ? 4, 6। ਦੂਜਾ ਪਤਾ ਕਰੀਏ ਕਿਉਂਕਿ ਉਹਨਾਂ ਨੇ ਪਤਾ ਕਰਨ ਨੂੰ ਕਿਹਾ AP ਹੈ ਜਾਂ ਨਹੀਂ। ਸੋ ਆਪਾਂ ਸਾਰੀਆਂ ਟਰਮਾਂ ਦੇ ਵਿੱਚ ਵੇਖਾਂਗੇ ਕਿ ਕਾਮਨ ਡਿਫਰੈਂਸ ਹੈ ਜਾਂ ਨਹੀਂ। ਸੋ ਹੁਣ ਕੀ ਕਰਾਂਗੇ? A3 - A2 ਕਰ ਦਾਂਗੇ। A3 ਕਿੰਨਾ ਹੈ? 16 ਔਰ 10 ਕਿੰਨਾ ਹੈ? 6 ਡਿਫਰੈਂਸ। ਐਵੇਂ A4 - A3 ਕਰਾਂਗੇ। A4 ਕਿੰਨਾ ਹੈ? 22 -16 ਕਿੰਨਾ ਹੈ? 6 ਆ ਗਿਆ। ਸੋ ਸਾਰੇ ਡਿਫਰੈਂਸ ਕੀ ਆ? ਕਾਮਨ ਆ ਰਹੇ ਆ, ਇਸ ਲਈ ਇਹ ਕੀ ਹੈ? ਇੱਕ AP ਹੈ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਇਹ ਪਤਾ ਕਰਨਾ ਕਿ ਇਹ AP ਹੈ ਜਾਂ ਨਹੀਂ। ਇਹ ਪਤਾ ਕਰੋ ਕਿ ਇਹ AP ਹੈ ਜਾਂ ਨਹੀਂ। ਸੋ AP ਹੈ ਜਾਂ ਨਹੀਂ ਆਪਾਂ ਨੂੰ ਪਤਾ ਕਰਨ ਲਈ ਡੀ ਪਤਾ ਹੋਣਾ ਚਾਹੀਦਾ ਕਿ ਡੀ ਸਾਰਿਆਂ ਦੇ ਵਿੱਚ ਇੱਕ ਕਾਮਨ ਆ ਰਿਹਾ ਜਾਂ ਨਹੀਂ। ਸੋ ਕੀ ਕਰਦੇ ਹਾਂ? ਡੀ ਦੀ ਵੈਲਿਊ ਦੇਖਦੇ ਹਾਂ। A2 - A1। A2 ਕਿੰਨਾ ਹੈ? 1 ਔਰ -1 ਤਾਂ 0 ਆ ਗਿਆ। A3 - A2। A3 ਕਿੰਨਾ ਹੈ? 1 ਹੈ। 1 - 1 ਇਹ ਕਿੰਨਾ ਆ ਗਿਆ? 0। ਹੁਣ ਕੀ ਕਰਦੇ ਹਾਂ? A4 - A3 ਕਰਦੇ ਹਾਂ। A4 ਕਿੰਨਾ? 2 ਹੈ ਔਰ A3 ਕਿੰਨਾ ਹੈ? ਆ 1 ਹੈ। ਕਿੰਨਾ ਆ ਰਿਹਾ? 1। ਇਹ ਕੀ ਹੈ? ਡਿਫਰੈਂਸ ਕਾਮਨ ਨਹੀਂ ਆ ਰਿਹਾ। ਸੋ ਇਸ ਲਈ ਇਹ ਕੀ ਹੈ? AP ਨਹੀਂ ਗੀ। ਕੀ ਹੈ? AP ਨਹੀਂ ਗੀ। ਓਕੇ, ਸੋ ਇਹ AP ਪਤਾ ਕਰਨ ਦਾ ਔਰ AP ਹੈ ਜਾਂ ਨਹੀਂ ਇਹ ਪਤਾ ਕਰਨ ਦਾ ਤਰੀਕਾ ਹੈ। ਹੁਣ ਆਪਾਂ ਗੱਲ ਕਰਾਂਗੇ AP ਦਾ nਵਾਂ ਪਦ, ਮਤਲਬ AP ਦਾ n ਪਦ। ਇਹ ਕਿਵੇਂ ਪਤਾ ਕਰਦੇ ਹਾਂ ਕੁਐਸਚਨਾਂ ਦੇ ਵਿੱਚ? ਜੇਕਰ ਆਪਾਂ ਨੂੰ ਕੁਐਸਚਨ ਆ ਜਾਏ ਕਿ ਇਹ ਦਿੱਤੀ ਹੋਈ AP ਦੇ ਵਿੱਚੋਂ n ਵਾਲਾ ਪਦ ਜੋ ਹੈ ਪਤਾ ਕਰੋ। ਫੋਰ ਐਗਜ਼ਾਮਪਲ n ਦੀ ਜਗ੍ਹਾ 10 ਲਿਖਿਆ ਹੋ ਸਕਦਾ, 15 ਲਿਖਿਆ ਹੋ ਸਕਦਾ, ਕੋਈ ਵੀ ਨੰਬਰ ਕੀ ਹੈ ਲਿਖਿਆ ਹੋ ਸਕਦਾ। ਇਹ ਆਪਾਂ ਕਿਵੇਂ ਪਤਾ ਕਰਦੇ ਹਾਂ? ਠੀਕ ਹੈ, ਮੰਨ ਲਓ ਇੱਕ ਇਸ ਨੂੰ ਯਾਦ ਕਰਨ ਦਾ ਤਰੀਕਾ ਹੈ, ਫਾਰਮੂਲਾ ਹੈ, ਮੋਸਟ ਇੰਪੋਰਟੈਂਟ ਹੈ, ਇਹ ਤੁਸੀਂ ਨੋਟ ਕਰ ਲੈਣਾ ਕਿ ਜਦੋਂ ਵੀ ਆਪਾਂ ਨੂੰ ਕਿਹਾ ਜਾਵੇ ਕਿ nਵਾਂ ਪਦ ਪਤਾ ਕਰੋ, ਕਿਵੇਂ ਆਪਾਂ nਵਾਂ ਪਦ ਪਤਾ ਕਰਾਂਗੇ? ਇੱਕ ਫਾਰਮੂਲਾ ਹੈ an = a + n - 1 × d। ਇਹ ਇੱਕ ਫਾਰਮੂਲਾ ਹੈ ਜਿਸ ਦੇ ਦੁਆਰਾ ਆਪਾਂ n ਨੰਬਰ ਵਾਲਾ ਪਦ ਕੀ ਹੈ ਪਤਾ ਕਰ ਸਕਦੇ ਹਾਂ। ਇਹ ਫਾਰਮੂਲਾ ਤੁਹਾਨੂੰ ਯਾਦ ਹੋਣਾ ਚਾਹੀਦਾ, ਠੀਕ ਹੈ। ਇਹਦੇ ਵਿੱਚ ਕੀ ਹੈ? A ਕੀ ਹੈ? A ਹੈ ਫਸਟ ਟਰਮ ਮਤਲਬ ਪਹਿਲਾ ਪਦ ਹੈ। ਔਰ n ਕੀ ਹੈ? n ਜੋ ਨੰਬਰ ਆਪਾਂ ਨੂੰ ਦਿੱਤਾ ਹੈ ਕਿ ਕਿੰਨਾ ਨੰਬਰ ਆਪਾਂ ਪਤਾ ਕਰਨਾ ਹੈ। ਔਰ d ਕੀ ਹੈ? ਡਿਫਰੈਂਸ ਹੈ। d ਕੀ ਹੈ? ਡਿਫਰੈਂਸ ਹੈ। ਜੋ ਸੀਰੀਜ਼ ਦੇ ਵਿੱਚ ਡਿਫਰੈਂਸ ਆਪਾਂ ਨੂੰ ਪਤਾ ਹੈ ਕਿ ਇਹ ਡਿਫਰੈਂਸ ਹੁੰਦਾ ਹੈ।
ठीक है। डिफरेंस कड्ढन का फार्मूला तो पता ना A2 माइनस A1 वो की है डिफरेंस कड्ढन का फार्मूला है। सो एक क्वेश्चन लेने ताकि यह फार्मूला कित्थे यूज़ होंदा पता लग जाए। फॉर एग्जांपल एक AP दिती हुई है 2 7 12 इनका की है 10वां पद पता करना है। इनका की पता करना है 10वां पद। पिछे ही मैं फॉर्मूला लिखाया ना AN इज इक्वल टू A प्लस N माइनस 1 इंटू D। ठीक है। AN की है ये आपां नूं पता है N का मतलब की है 10। N कितना दिता होया 10। A कितना है A कितना 2 प्लस N की है 10 माइनस 1 और D कितना है D आप पता कर लाँगे 7 माइनस 2 करांगे तो 5 क्योंकि AP क्या होया सिर्फ आप पहलियां दो टर्मां दे विचों ही AP पता कर लाँगे कितना 5। सो जदों इसनूं तुसीं सोल्व करोगे तो कितना आ जाएगा 47। 8N कितना है इस टर्म दे विच इस AP दे विच कितना है 47। 10वां पद कितना है 47। इवें ही एक होर एग्जांपल लेने आ। एक AP दिती है जिंदे विच 21 फर्स्ट टर्म है 18 15 ये घटती जा रही है। दा किनवा पद की है माइनस 81 होएगा ये पता करना है। एक सीरीज़ है AP है 21 18 15 ये चलती जा रही है। इहदे विच कहा गया कि किनवा पद जो है माइनस 81 होएगा। नाल ही ये पता करो कि AP का कोई पद सिफर है या नहीं AP का पद कोई 0 है या नहीं। ये दो क्वेश्चन है दो क्वेश्चनों को सॉल्व करते हैं किवें करते हैं। सब तो पहला आपां नूं पता है कि A कितना है इहदे विच 21 है। D किवें कड्डांगे A2 माइनस A1 A2 कितना है A2 कितना है 18 है और A1 कितना है 21 कितना आ गया -3। D की वैल्यू कितनी आ गई अपने को -3। ठीक है। हुण की कहा गया कि 81 किनवा पद है AN कितना है -81। ठीक है। हुण आपां पता करना है कि ये पद किनवा है मतलब N नंबर पता करना है कि ये किहड़े N नंबर ते आ रहा। सो फॉर्मूले दे विच पुट करो AN इज इक्वल टू A प्लस N माइनस 1 और D। AN कितना है -81 A कितना है 21 प्लस N आपां पता करना है -1 D कितना है -3। ठीक है। जदों इसनूं सोल्व करांगे अपना आपां तो की आ जाएगा अपने कोल 105 माइनस 3N। ठीक है। माइनस नाल माइनस तो कट्टे गए। ओके। सो जदों इसनूं ये मल्टीप्लाई नाल पिया बाय करांगे तो कितना आ जाएगा N 35। सो N कितना 35 नंबर ते होएगा -81 किन्ने नंबर ते 81 है 35 नंबर ते। ओके। हुण उन्हें नाल एक क्वेश्चन पूछा सी कि AN जो 0 है वो किन्वें नंबर ते आएगा कि कोई पद सिफर है या नहीं। सो आपां डायरैक्ट की करांगे A प्लस N माइनस 1 और D ये की कर देंगे 0 के इक्वल रख देंगे। ठीक है। की करांगे 0 के इक्वल AN कितना है 0। ठीक है। देख लें कि 0 दे कोई पद है या नहीं। A कितना है 21 N कितना है N आप पता करना है क्योंकि 0 देखना है कि किनवें नंबर के पद ते आ रहा या नहीं। D आपां नूं पता है -3 है A इक्वल 0 है। जदों इसनूं सोल्व करांगे तो कितना आ जाएगा ये माइनस है ये भी उधर जाके की है माइनस का हो जाएगा। सो माइनस माइनस कट्टे जाएंगे N माइनस 1 ए नूं बाय 3 कर देंगे। जो ये 3 इधर आएगा तो कितना आ जाएगा 7 और N की वैल्यू कितनी आ जाएगी 8। सो 8वां पद की है 0 है 8वां पद की है 0 है। ओके। इस तरह की है आप पद पता कर सकते हैं। एक होर एग्जांपल लेने आ। इहदे विच कहा गया कि AP पता करो AP पता करनी है इहदे विच जिसका थर्ड पद जो है थर्ड टर्म की है 5 अते 7th टर्म की है 9 है। आपां नूं कहा गया कि एक AP पता करनी है जिंदे विच थर्ड पद की है थर्ड टर्म की है 5 है और 7th टर्म की है 9 है। AP पता करनी है किवें पता करांगे। एक फॉर्मूला तो आपां पता ही है AN इज
इक्वल टू ए प्लस एन माइनस 1 इंटू डी। ठीक है, ये फॉर्मूले ਨੂੰ ਤੁਸੀਂ याद कर लेना, रट लेना। सो ਹੁਣ ਆਪਾਂ ਕੀ ਕਰਾਂਗੇ, वैल्यू पुट करांगे। ए एन किन्ना 3 है। ਇਹ ਆਪਾਂ ਨੂੰ ਪਤਾ ਨਹੀਂਗਾ ਕਿਉਂਕਿ ਫਰਸਟ ਟਰਮ ਆਪਾਂ ਨੂੰ ਨਹੀਂ ਪਤਾ। ਸੋ n ਕਿੰਨਾ ਹੈ, n ਦੀ ਜਗ੍ਹਾ ਆਪਾਂ 3 ਭਰਿਆ ਨਾ। ਸੋ 3 ਮਾਈਨਸ 1 ਔਰ d ਕਿੰਨਾ ਹੈ ਇਹ ਵੀ ਆਪਾਂ ਨੂੰ ਪਤਾ ਨਹੀਂ ਹੈ। ਜਦੋਂ ਇਸ ਨੂੰ ਸੋਲਵ ਕਰਾਂਗੇ ਤਾਂ ਕੀ ਆ ਜਾਏਗਾ, a ਪਲਸ 2d। ਇਹ ਫਸਟ ਇਕੁਏਸ਼ਨ ਬਣ ਗਈ। ਠੀਕ ਹੈ, ਫਸਟ ਇਕੁਏਸ਼ਨ ਬਣ ਗਈ। ਅੱਗੇ ਦੇਖਦੇ ਹਾਂ। ਹੁਣ ਦਿੱਤਾ ਆਪਾਂ ਨੂੰ a7, a ਪਲਸ 7 ਮਾਈਨਸ 1 डी ਆਪਾਂ ਨੂੰ ਪਤਾ ਨਹੀਂ ਹੈ। a ਪਲਸ 6d ਇਹ ਕਿੰਨੀ ਬਣ ਗਈ, ਸੈਕਿੰਡ ਇਕੁਏਸ਼ਨ ਬਣ ਗਈ। ਸੋ ਹੁਣ ਕੀ ਕਰੋ ਕਿ ਸਮੀਕਰਨਾਂ ਨੂੰ ਜੋੜ ਕੇ ਹੱਲ ਕਰੋਗੇ ਤਾਂ ਕੀ ਆਏਗਾ। ਪਹਿਲੀ ਟਰਮ ਕੀ ਸੀ, a ਪਲਸ 2d ਹੈ ਨਾ। ਇਹ ਕਿੰਦੇ ਇਕੁਅਲ ਸੀ 5 ਦੇ, ਕਿਉਂਕਿ ਇਹ ਆਪਾਂ ਨੂੰ ਪਦ ਦਿੱਤਾ ਹੋਇਆ ਸੀ। ਔਰ ਇਹ ਕਿੰਦੇ ਇਕੁਅਲ ਹੋ ਗਈ 7 ਦੇ, 9 ਦੇ, ਸੌਰੀ 9 ਦਿੱਤਾ ਨਾ, ਕਿਉਂਕਿ ਸੱਤਵਾਂ ਪਦ ਕੀ ਹੈ 9 ਹੈ। ਔਰ ਪੰਜਵਾਂ ਪਦ ਕੀ ਹੈ, ਤੀਸਰਾ ਪਦ ਕੀ ਹੈ 5 ਹੈ। ਠੀਕ ਹੈ, ਸੱਤਵਾਂ ਪਦ ਕੀ ਹੈ 9 ਹੈ ਔਰ ਤੀਸਰਾ ਪਦ ਕੀ ਹੈ 5 ਹੈ। ਇਹ 5 ਭਰਿਆ ਸੀ ਨਾ, ਔਰ 7 ਦੀ ਜਗ੍ਹਾ 'ਤੇ ਆਪਾਂ ਕੀ ਭਰਿਆ ਸੀ, ਸੱਤਵਾਂ ਪਦ ਕੀ ਹੈ 9 ਹੈ। ਸੋ ਇਸ ਨੂੰ ਜਦੋਂ ਸੋਲਵ ਕਰਾਂਗੇ ਤਾਂ ਆਪਣੇ ਕੋਲ a ਦੀ ਵੈਲਿਊ ਕਿੰਨੀ ਨਿਕਲ ਕੇ ਆ ਜਾਏਗੀ 3 ਔਰ d ਦੀ ਵੈਲਿਊ ਕਿੰਨੀ ਆ ਜਾਏਗੀ 1। ਸੋ ਇਹ ਆਪਾਂ ਨੂੰ ਪਤਾ ਲੱਗ ਗਿਆ ਕਿ 3 ਹੈ। ਜਦੋਂ ਤੁਸੀਂ ਇਸ ਨੂੰ ਇਕੁਏਸ਼ਨਾਂ ਨੂੰ ਸੋਲਵ ਕਰਕੇ ਦੇਖੋਗੇ ਤਾਂ ਆਪਣੇ ਕੋਲ a ਦੀ ਵੈਲਿਊ ਕਿੰਨੀ ਆਏਗੀ। ਮੈਂ ਕਰ ਹੀ ਦਿੰਦਾ ਸੋਲਵ। ਕੀ ਹੈ ਫਸਟ ਇਕੁਏਸ਼ਨ, a ਪਲਸ 2d ਇਜ਼ ਇਕੁਅਲ ਟੂ 5, a ਪਲਸ 6d ਇਜ਼ ਇਕੁਅਲ ਟੂ 9। ਜਦੋਂ ਆਪਾਂ ਇਹਨਾਂ ਨੂੰ ਮਾਈਨਸ ਕਰਾਂਗੇ ਤਾਂ ਕੀ ਹੋਏਗਾ, ਇਹ ਕੱਟੇ ਜਾਣਗੇ। ਇਹਦੇ ਵਿੱਚ ਕੀ ਬਚੇਗਾ -4d ਔਰ ਇੱਥੇ ਕਿੰਨਾ ਬਚੇਗਾ -4। ਸੋ ਮਾਈਨਸ ਮਾਈਨਸ ਕੈਂਸਲ, d ਦੀ ਵੈਲਿਊ ਕਿੰਨੀ ਆ ਗਈ 1। ਠੀਕ ਹੈ, d ਦੀ ਵੈਲਿਊ ਕਿੰਨੀ ਆ ਗਈ 1। ਸੋ ਕਿਸੇ ਵੀ ਟਰਮ ਦੇ ਵਿੱਚ ਇਕੁਏਸ਼ਨ ਦੇ ਵਿੱਚ ਕੀ ਹੈ, d ਦੀ ਵੈਲਿਊ ਪੁੱਟ ਕਰ ਦਿਓ। a ਪਲਸ ਫਸਟ ਟਰਮ ਦੇ ਵਿੱਚ ਹੀ ਪੁੱਟ ਕਰ ਦਿੰਦੇ ਹਾਂ, 2d ਇਜ਼ ਇਕੁਅਲ ਟੂ 5, a ਪਲਸ 2 ਇੰਟੂ 1 ਇਜ਼ ਇਕੁਅਲ ਟੂ 5। a ਦੀ ਵੈਲਿਊ ਕਿੰਨੀ ਆ ਜਾਏਗੀ 5। ਜਦੋਂ ਇਹ 2 ਇੱਧਰ ਜਾਏਗਾ ਤਾਂ ਮਾਈਨਸ ਦਾ ਜਾਏਗਾ 3। ਸੋ a ਦੀ ਵੈਲਿਊ 3 ਹੈ, d ਦੀ ਵੈਲਿਊ ਕਿੰਨੀ ਹੈ 1, d ਦੀ ਵੈਲਿਊ 1 ਹੈ। ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ a ਕਿੰਨਾ 3 ਹੈ ਔਰ ਡਿਫਰੈਂਸ ਕਿੰਨਾ 1 ਹੈ। ਸੋ ਆਪਾਂ AP ਬਣਾ ਸਕਦੇ ਹਾਂ 3, ਡਿਫਰੈਂਸ ਕਿੰਨਾ 1 ਹੈ, ਮਤਲਬ 1 ਐਡ ਹੋ ਰਿਹਾ, 1 ਐਡ ਹੋ ਰਿਹਾ। ਠੀਕ ਹੈ, ਹੁਣ ਦੇਖੋ ਕਿ ਉਹਨੇ ਕੀ ਕਿਹਾ ਸੀ ਕੁਐਸਚਨ ਦੇ ਵਿੱਚ, ਤੀਸਰਾ ਪਦ ਕੀ ਹੈ 5 ਹੈ ਔਰ ਸੱਤਵਾਂ ਪਦ ਕੀ ਹੈ 9 ਹੈ। ਸੋ ਦੇਖੋ ਪਹਿਲਾ ਪਦ, ਦੂਸਰਾ ਔਰ ਤੀਸਰਾ। ਤੀਸਰਾ ਪਦ ਕੀ ਹੈ 5 ਆ ਰਿਹਾ ਨਾ, ਐਵੇਂ ਹੀ ਚੌਥਾ, ਪੰਜਵਾਂ, ਛੇਵਾਂ ਔਰ ਸੱਤਵਾਂ। ਸੱਤਵਾਂ ਪਦ ਕੀ ਹੈ 9 ਹੈ। ਠੀਕ ਹੈ, ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਹਾਂ, AP ਪਤਾ ਕਰ ਸਕਦੇ ਹਾਂ। ਓਕੇ, ਸੋ ਇੱਕ ਕੁਐਸਚਨ ਹੋਰ ਹੈ, ਇਸ ਤਰ੍ਹਾਂ ਦਾ ਟ੍ਰਿਕੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ 2 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਹਨ। ਰਾਈਟਿੰਗ ਨੂੰ ਥੋੜ੍ਹਾ ਜਿਹਾ ਮੈਨੇਜ ਕਰ ਲੈਣਾ, ਕਿਉਂਕਿ ਮਾਰਕਰ ਨਾਲ ਥੋੜ੍ਹਾ ਜਿਹਾ ਸਹੀ ਲਿਖਿਆ ਨਹੀਂ ਜਾਂਦਾ, ਨਾਲ ਉਹ ਵੀ ਫੋਨ 'ਤੇ, ਅਦਰਵਾਈਜ਼ ਬੋਰਡ ਹੁੰਦਾ ਤਾਂ ਗੱਲ ਹੋਰ ਹੁੰਦੀ। ਵੰਡੀਆਂ ਜਾਂਦੀਆਂ ਹਨ। ਇਸ ਲਈ ਮੈਂ ਬੋਲ ਕੇ ਕੁਐਸਚਨ ਜੋ ਹੈ ਤੁਹਾਨੂੰ ਦੱਸ ਦਿੰਦਾ। ਕੁਐਸਚਨ ਕੀ ਹੈ, 2 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 3 ਨਾਲ ਵੰਡੀਆਂ ਜਾਂਦੀਆਂ ਹਨ। ਵੰਡੀਆਂ ਮਤਲਬ ਡਿਵਾਈਡ ਹੁੰਦੀਆਂ ਨੇ। ਸੋ 2 ਅੰਕਾਂ ਵਾਲੀਆਂ ਕਿਹੜੀਆਂ ਕਿਹੜੀਆਂ ਸੰਖਿਆਵਾਂ ਹੋਣਗੀਆਂ। 9 ਤਾਂ ਹੋਏਗੀ ਨਹੀਂ, 9 ਤੋਂ ਬਾਅਦ ਕੀ ਆਉਂਦਾ ਦੂਜੀ ਅੰਕ ਵਾਲੀ 12, ਔਰ 12 ਤੋਂ ਲੈ ਕੇ 99 ਤੱਕ। 99 ਕੀ ਹੈ 3 ਨਾਲ ਭਾਗ ਹੁੰਦਾ। 100 ਕਿੰਨੀ ਹੈ 3 ਅੰਕਾਂ ਵਾਲੀ ਸੰਖਿਆ। ਸੋ ਇੱਕ ਤਰ੍ਹਾਂ ਦੀ AP ਬਣਦੀ ਹੈ 12, 15, 18, ਇਹ ਕੀ ਹੈ 99 ਤੱਕ ਜਾ ਰਹੀ ਹੈ। ਸੋ ਇਹ ਪਤਾ ਲੱਗ ਗਿਆ ਕਿ ਆਪਾਂ ਨੂੰ AP ਹੈ। AP ਹੈ ਕਿਵੇਂ ਹੈ, ਕਿਉਂਕਿ 3 ਦਾ ਡਿਫਰੈਂਸ ਹੈ ਸਾਰਿਆਂ ਦੇ ਵਿੱਚ। ਠੀਕ ਹੈ, ਸੋ ਹੁਣ ਆਪਾਂ ਪਤਾ ਕਿਵੇਂ ਕਰ ਸਕਦੇ ਹਾਂ। ਆਪਾਂ ਨੂੰ ਇਹ ਪਤਾ ਹੈ ਕਿ A ਕਿੰਨਾ 12 ਹੈ, D ਕਿੰਨਾ 3 ਹੈ, ਡਿਫਰੈਂਸ ਕਿੰਨਾ 3 ਹੈ, ਔਰ AN ਕਿੰਨਾ ਹੈ, ਮਤਲਬ ਲਾਸਟ ਵਾਲਾ ਪਦ ਕਿੰਨਾ 99 ਹੈ। ਸੋ ਹੁਣ ਆਪਾਂ ਪਤਾ ਕਰ ਸਕਦੇ ਹਾਂ ਕਿ ਕਿੰਨੀਆਂ ਸੰਖਿਆਵਾਂ ਕੀ ਨੇ 3 ਨਾਲ ਭਾਗ ਹੁੰਦੀਆਂ ਨੇ।
सो फॉर्मूला लगाओ, ए एन इज इक्वल टू ए प्लस एन माइनस वन इंटू डी। ये फॉर्मूले यूज़ करो। ए एन की वैल्यू कितनी है 99, ए कितना है 12 है, एन कितना है पता करना है 1 और डी कितना है 3। जो इसनू सॉल्व करोगे तुसी तो तुहाडे कोल की आएगा सॉल्व होके एन माइनस वन इज इक्वल टू 87/3, एन माइनस वन इज इक्वल टू 29। सो एन की वैल्यू कितनी हो जाएगी 30। सो कुल 30 संख्यावां ने जो 3 नाल की है डिवाइड होंदियां ने। ओके, कुल कितनियां 30 संख्यावां ने। ओके, सो हुण ये हो गया कि एन वाला पद किवें आपां पता करते हैं। हुण एक तरह के क्वेश्चन होर आते हैं कि दिती हुई AP दे पहले एन पदां दा, पदा मतलब टर्म्स दा जोड़ पता करो। कि एक AP दिती हुई है, इहदे विच पहले एन पदां दा की है, एन टर्म्स दा की है, जोड़ पता करना है। वो जोड़ आपां किवें पता करते हैं, उहदे लई एक फॉर्मूला है। ये फॉर्मूला की है मोस्ट इंपोर्टेंट है, ये भी तुसी की है याद रखना है। की फॉर्मूला है वो S इज इक्वल टू n/2 2a प्लस n माइनस वन इंटू डी। जेकर देखा जाए ए तो लैके आ वाला ये कॉमन है पिछले फॉर्मूले के नाल, ठीक है। सो इसनू अगर कुछ इस तरह लिख दिता जाए S इज इक्वल टू n/2, ये किंदे इक्वल है इन्ना वाला किंदे इक्वल है ए एन दे इक्वल है। पता ना पिछला फॉर्मूला इस दे इक्वल सी। सो आपां अगर इसनू इस तरह लिख दईए ए प्लस एन माइनस वन इंटू डी। सो ए वाला की बन गया ए एन हो गया। की हो गया ए एन। सो इसनू अगर इस तरीके नाल लिख दिता जाए n/2 ए प्लस ए एन तो कोई दिक्कत नहीं है। सो जेकर ए एन नू एल दे इक्वल रख दिता जाए, एल मतलब लास्ट वाला पद मतलब अंतिम पद, अंतिम टर्म, ठीक है। सो ए एन नू अगर एल लिख दिता जाए तो की हो जाएगा n/2 ए प्लस एल। ये की है एक पिछला वाला फार्मूला जिथे स्टार बनाए सी ओ और एक वाला ए वाला, ठीक है। जोड़ वाला जिथे एस आ रही सी उत्थे स्टार बनाए सी ना, मैं ओ वाला नोट कर लेना, ये भी जो है दोवें नोट कर लेना, ठीक है। ये फॉर्मूले यूज़ होणगे क्वेश्चनां दे विच। सो एक क्वेश्चन लेने आ, एग्जाम्पल लेने आ। एक AP दिती है 100 150 200 250, ये की है चलती जाती है और इहदे 21वें पद तक की है जोड़ पता करना है कि 21 पदां दा जोड़ कितना होएगा। 21 पदां दा इस सीरीज़ दे 21 पदां दा जोड़ कितना होएगा। सो आपां नूं की पता है इहदे विच, आपां नूं एक तां पता है ए कितना है 100 है, ए कितना है 100 है। सो दूजा डी आपां पता कर लांगे। डी किवें पता करते हैं A2 माइनस A1। A2 कितना है 150, 150 विचों माइनस 100 करांगे तो कितना बचेगा डी 50। डी कितना आ गया 50 और एन आपां नूं पता है कि 21 है, क्योंकि 21 का उसने की क्या है जोड़ पता करना है। सो फॉर्मूला की है S इज इक्वल टू n/2 2a प्लस n माइनस वन डी। इत्थे की है आपां सारियां वैल्यू नूं पुट कर दांगे। सो पुट करन ते बाद की हुंदा है S 21 n आपां नूं पता है 21 है बाई 2 2 इंटू 100, एक की है 100 है ना। फिर n आपां नूं पता है 21 है माइनस वन, डी आपां नूं पता है 50 है। सो इस नूं जदों सोल्व करांगे तो की आएगा, ये 200 हो गया प्लस ये 20 इंटू 50, जदों 20 नूं 50 नाल गुणा करांगे तो 1000 आ जाएगा। सो ये कितना बन गया 1200, ठीक है। 1200 नूं जदों 21/2 इंटू 1200
ठीक है। ਜਦੋਂ ਇਸ ਨੂੰ ਗੁਣਾ ਕਰਾਂਗੇ ਤਾਂ ਕਿੰਨਾ ਬਣੇਗਾ 12600। ਕਿੰਨਾ ਬਣੇਗਾ 12600। ਸੋ 21 ਪਦਾਂ ਦਾ ਜੋੜ ਆਪਣੇ ਕੋਲ ਕਿੰਨਾ ਆ ਗਿਆ 12600। ਇਹ ਕੀ ਹੈ, ਇਸ ਦਾ ਆਨਸਰ ਹੈ। ਓਕੇ ਠੀਕ ਹੈ। ਸੋ ਇੱਕ ਚੀਜ਼ ਹੋਰ ਨੋਟ ਕਰ ਲੈਣਾ, ਲਿਖ ਲਿਓ, ਕਿਸੇ ਏਪੀ ਦਾ ਐਨਵਾਂ ਪਦ, ਕਿਸੇ ਏਪੀ ਦਾ ਐਨਵਾਂ ਪਦ ਉਸ ਦੇ ਪਹਿਲੇ ਐਨ ਪਦਾਂ ਦਾ, ਐਨ ਪਦਾਂ ਦੇ ਜੋੜ ਅਤੇ ਪਹਿਲੇ n-1 ਪਦਾਂ ਦੇ ਜੋੜ ਦੇ ਅੰਤਰ ਦੇ ਇਕੁਅਲ ਹੁੰਦਾ ਹੈ। ਰਿਪੀਟ ਕਰ ਰਿਹਾ ਮੈਂ, ਤੁਸੀਂ ਇਹ ਪੁਆਇੰਟ ਨੂੰ ਨੋਟ ਕਰਨਾ ਹੈ, ਇਹ ਇੰਪੋਰਟੈਂਟ ਹੈ। ਕਈ ਵਾਰੀ ਕਥਨ ਦੇ ਵਿੱਚ ਪੁੱਛ ਸਕਦੇ ਆ, ਕਿਸੇ ਏਪੀ ਦਾ ਐਨਵਾਂ ਪਦ ਉਸ ਦੇ ਪਹਿਲੇ n ਪਦਾਂ ਦੇ ਜੋੜ ਅਤੇ ਪਹਿਲੇ n-1 ਪਦਾਂ ਦੇ ਜੋੜ ਦੇ ਅੰਤਰ ਦੇ ਬਰਾਬਰ ਹੈ। ਕਿਵੇਂ ਹੈ, ਕਿਸ ਤਰ੍ਹਾਂ ਇਸ ਨੂੰ ਸ਼ੋ ਕਰਾਂਗੇ, an is equal to sn minus sn-1। sn ਵਾਲਾ ਫਾਰਮੂਲਾ ਸਭ ਨੂੰ ਪਤਾ ਹੈ ਨਾ, ਉਹੀ sn ਦੀ ਜਗ੍ਹਾ ਤੇ ਇੱਕ ਮਾਈਨਸ ਕਰ ਦਿਓ। ਜੇਕਰ n 20 ਹੈ, 20 ਮਾਈਨਸ 1 ਕਰਾਂਗੇ ਤਾਂ 19 ਆ ਜਾਏਗਾ। ਓਕੇ, ਇਹ ਫਾਰਮੂਲਾ ਵੀ ਕੀ ਹੈ, ਮੋਸਟ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਨੋਟ ਕਰ ਲੈਣਾ। ਠੀਕ ਹੈ, ਇਹ ਵਾਲੇ ਨੂੰ। ਓਕੇ ਠੀਕ ਹੈ। ਸੋ ਹੁਣ ਜੋੜ ਪਤਾ ਕਰਨਾ ਹੋਵੇ, ਜਦੋਂ ਵੀ ਆਪਾਂ ਏਪੀ ਦੇ ਵਿੱਚ ਕੀ ਹੈ ਜੋੜ ਪਤਾ ਕਰਨਾ ਹੋਵੇ, ਕੋਈ n ਦਿੱਤਾ ਹੋਏ, ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ। ਇੱਕ ਤਾਂ s ਪਤਾ ਹੋਏ, ਇੱਕ a ਪਤਾ ਹੋਏ, ਇੱਕ d ਪਤਾ ਹੋਏ, ਇੱਕ n ਪਤਾ ਹੋਏ। ਮਤਲਬ ਇਹ ਚਾਰ ਸੰਖਿਆਵਾਂ ਦੇ ਵਿੱਚੋਂ ਅਗਰ ਆਪਾਂ ਨੂੰ ਤਿੰਨ ਸੰਖਿਆਵਾਂ ਪਤਾ ਹੋਣ ਤਾਂ ਆਪਾਂ ਕੀ ਹੈ ਇੱਕ ਚੀਜ਼ ਨੂੰ ਪਤਾ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਇੱਕ ਕੁਐਸਚਨ ਹੋਰ ਕਰਦੇ ਹਾਂ। ਇੱਕ ਏਪੀ ਦਿੱਤੀ ਹੈ ਜਿਹਦੇ ਵਿੱਚ 8 3 -2 ਇਹ ਚਲਦੀ ਜਾ ਰਹੀ ਹੈ, ਔਰ ਕਿਹਾ ਗਿਆ ਕਿ ਇਹਦੇ ਪਹਿਲੇ 22 ਪਦਾਂ ਦਾ ਜੋੜ ਪਤਾ ਕਰਨਾ ਹੈ। ਪਹਿਲੇ 22 ਪਦਾਂ ਦਾ ਕੀ ਹੈ ਜੋੜ ਪਤਾ ਕਰਨਾ ਹੈ। ਆਪਾਂ ਨੂੰ ਇੱਥੇ ਕੀ ਪਤਾ ਹੈ, ਆਪਾਂ ਨੂੰ ਇੱਕ ਤਾਂ ਇੱਥੇ ਪਤਾ ਹੈ ਇਹ ਕਿੰਨਾ 8 ਔਰ n ਕਿੰਨਾ 22, n ਕਿੰਨਾ 22, d ਆਪਾਂ ਪਤਾ ਕਰ ਹੀ ਲੈਂਦੇ ਹਾਂ ਕਿਉਂਕਿ ਏਪੀ ਦਿੱਤੀ ਹੈ ਤਾਂ d ਤਾਂ ਈਜ਼ੀ ਪਤਾ ਕਰ ਸਕਦੇ ਹਾਂ। a2 - a1, a ਕਿੰਨਾ a2 ਕਿੰਨਾ a2 ਕਿੰਨਾ 3 ਔਰ a1 ਕਿੰਨਾ 8, ਕਿੰਨਾ ਆ ਗਿਆ -5, d ਦੀ ਵੈਲਿਊ ਕਿੰਨੀ ਆ ਗਈ -5। ਠੀਕ ਹੈ, ਸੋ ਆਪਣੇ ਕੋਲ ਤਿੰਨ ਚੀਜ਼ਾਂ ਨਿਕਲ ਕੇ ਆ ਗਈਆਂ। ਆਪਾਂ s ਕੀ ਹੈ ਪਤਾ ਕਰ ਸਕਦੇ ਹਾਂ। ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰੋ। ਫਾਰਮੂਲਾ ਕੀ ਹੈ n/2 2a plus n-1 ਇੰਟੂ d। ਇਹ ਕੀ ਹੈ ਫਾਰਮੂਲਾ ਹੈ 22/2, n ਕਿੰਨਾ 22 ਕਿਉਂਕਿ 22 ਦਾ ਪਤਾ ਕਰਨਾ ਹੈ। ਓਕੇ 2a, a ਕਿੰਨਾ 8 ਪਲੱਸ n ਕਿੰਨਾ 22, 22 - 1, d ਕਿੰਨਾ ਕੱਢਿਆ ਸੀ ਆਪਾਂ -5। ਸੋ ਜਦੋਂ ਇਸ ਨੂੰ ਸੋਲਵ ਕਰੋਗੇ ਸਾਰੇ ਨੂੰ ਤਾਂ ਆਪਣੇ ਕੋਲ ਕੀ ਨਿਕਲ ਕੇ ਆਏਗਾ, ਇਹ ਕੱਟਣ ਤੇ 11 ਰਹਿ ਜਾਏਗਾ, ਇਹ ਕਿੰਨਾ ਹੋ ਗਿਆ 16 ਪਲੱਸ 21 ਇੰਟੂ -5 ਹੈ। ਠੀਕ ਹੈ, ਜਦੋਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਆਏਗਾ ਸੋਲਿਊਸ਼ਨ -979। ਸੋ 22 ਪਦਾਂ ਦਾ ਕਿੰਨਾ ਜੋੜ ਹੋਏਗਾ -979। ਓਕੇ, ਇਹ ਇਸ ਦਾ ਸੋਲਿਊਸ਼ਨ ਹੈ। ਇੱਕ ਕੁਐਸਚਨ ਹੋਰ ਕਰਦੇ ਹਾਂ। ਇੱਕ ਏਪੀ ਹੈ ਜਿਸ ਦੇ ਪਹਿਲੇ 14 ਪਦਾਂ ਦਾ ਜੋੜ ਕਿੰਨਾ 1050 ਹੈ। ਆਪਾਂ ਨੂੰ ਇਹਦੇ ਵਿੱਚ ਏਪੀ ਦੇ ਵਿੱਚ ਨਾ ਤਾਂ ਏ ਦਿੱਤਾ ਹੋਇਆ ਨਾ ਹੀ ਡੀ ਦਿੱਤਾ ਹੋਇਆ ਅਜੇ ਤੱਕ। ਠੀਕ ਹੈ, ਇਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਪਹਿਲਾ ਪਦ ਕਿੰਨਾ 10 ਹੈ ਤਾਂ 20ਵਾਂ ਪਦ ਪਤਾ ਕਰਨਾ ਹੈ। ਕੁਐਸਚਨ ਕੀ ਹੈ, ਇੱਕ ਏਪੀ ਹੈ ਉਸ ਦੇ 14 ਪਦਾਂ ਦਾ ਜੋੜ ਕਿੰਨਾ 1050 ਹੈ, ਜਿਸ ਦਾ ਪਹਿਲਾ ਪਦ ਕਿੰਨਾ 10 ਹੈ ਔਰ 20ਵਾਂ ਪਦ ਕੀ ਹੈ ਉਹ ਆਪਾਂ ਪਤਾ ਕਰਨਾ ਹੈ। ਠੀਕ ਹੈ, ਦਿੱਤਾ ਹੋਇਆ 14 ਪਦਾਂ ਦਾ ਜੋੜ, ਲੇਕਿਨ ਆਪਾਂ ਪਤਾ ਕਿੰਨਾ ਕਰਨਾ 20ਵਾਂ ਪਦ। ਕਿਵੇਂ ਪਤਾ ਕਰਾਂਗੇ S14, ਕਿਉਂਕਿ ਆਪਾਂ ਨੂੰ S ਦਾ ਨੰਬਰ ਦਿੱਤਾ ਹੋਇਆ ਕਿ 14 ਪਦ ਨੇ। ਸੋ S ਕਿੰਨਾ 14 ਹੈ। ਇਹਨਾਂ ਦਾ ਜੋੜ ਕਿੰਨਾ
1050 और n किन्ना है 14 पदां का जोड़। सो n किन्ना है 14, ए किन्ना है 10 है। ओके, सो एक फॉर्मूला लिखिया सी ना एस एन एन बाई टू ए प्लस एन माइनस 1 इंटू डी, ये की है फॉर्मूला। एस एन की वैल्यू कितनी है 1050, एन किन्ना 14 बाई टू ए किन्ना सी 10 सी, डायरैक्ट 2 नाल मल्टीप्लाई करो तो 20 आ जाएगा। ओके, फिर एन किन्ना 14 है और 14 चो एक माइनस किया तो 13, डी की है आपां पता करना है। सो डी नूं उवें लिख दो। सो इत्थों की है आपां डी पता करांगे, डी पता करांगे तो आपां A20 काढ़ सकते हैं कि 20वां पद की है। ਜਦੋਂ ਇਸ ਨੂੰ ਤੁਸੀਂ ਸੋਲਵ ਕਰੋਗੇ ਤਾਂ डी ਦੀ ਵੈਲਿਊ ਕਿੰਨੀ ਆਏਗੀ 10। ਮੈਥਮੈਟਿਕ ਨੂੰ ਸੋਲਵ ਕਰਕੇ ਇਸ ਟਰਮ ਨੂੰ ਜੋੜ ਘਟਾਓ ਗੁਣਾ ਮਲਟੀਪਲਾਈ ਜੋ ਵੀ ਹੋਣਾ ਤੁਸੀਂ ਕਰੋਗੇ ਨਾ ਤਾਂ डी ਦੀ ਵੈਲਿਊ ਕਿੰਨੀ ਆਏਗੀ 10 ਆਏਗੀ। ਠੀਕ ਹੈ, ਕਿਉਂਕਿ ਇਸ ਨੂੰ ਕੱਟਣ ਤੇ 7 ਆ ਜਾਏਗਾ। 7 ਨੂੰ ਜਦੋਂ 20 ਨਾਲ ਗੁਣਾ ਕਰੋਗੇ ਔਰ 13 ਨਾਲ ਗੁਣਾ ਕਰੋਗੇ ਤਾਂ ਜੋ ਵੀ ਵੈਲਿਊ ਆਏਗੀ ਉਹ ਕੱਟ ਘਟਾ ਕੇ 10 डी ਆ ਜਾਏਗਾ। ਓਕੇ, ਹੁਣ ਆਪਾਂ ਨੂੰ डी ਪਤਾ ਲੱਗ ਗਿਆ, डी ਕਿੰਨਾ 10 ਹੈ। ਆਪਾਂ ਨੂੰ ਕਿਹਾ ਗਿਆ A20 पता करना है, A20 पता करना है। ठीक है, एक फॉर्मूला सी ना पिछला A प्लस एन माइनस 1 डी ए एन किन्ना 20 है, ए किन्ना है ए 10 है। पता सी ना भी पहला पद 10 है। एन की वैल्यू पता ना क्योंकि आप एन की वैल्यू इत्थे पुट की हुई है 20 माइनस 1, डी किन्ना 10। सो जो इसनू सोल्व करोगे तो A20 किन्ना आ जाएगा 200, A20 किन्ना आ गया 200। ओके, तो एक क्वेश्चन जो है होर करते हैं। संख्यावां दी उस लड़ी दे पहले 24 पदां दा एक AP है, उस दे पहले 24 पदां दा जोड़फल पता करना है। इन्हां दा जोड़ पता करना है जिस दा nवां पद an इज इक्वल टू 3 प्लस 2n होवे। क्वेश्चन तुसी नोट कर लो, मैं क्वेश्चन बोल रहा। संख्यावां दी उस लड़ी दे पहले 24 पदां दा जोड़फल पता करो। संख्यावां दी उस लड़ी दे पहले 24 पदां दा जोड़फल पता करो जिस दा nवां पद an इज इक्वल टू 3 प्लस 2n नाल दिता जाता है। हुण आपां किवें पता करिए इस नूं? चलो पता करते हैं, क्योंकि क्वेश्चन है तो सोल्व तो करना ही पएगा। सो की करते हैं आपां n की वैल्यू पहला 1 लैने आ, n की वैल्यू 1 लैन ते A1 इज इक्वल टू 3 प्लस 2n है ना, तो 1 आ जाएगा। कितना बन गया 5। हुण n की वैल्यू 2 लैने आ, A2 3 प्लस 2 इंटू 2 कितना आ गया 7 आ गया। एवें जदों n3 पुट करांगे तो कितना आ जाएगा 3 प्लस 2 इंटू 3 6 प्लस 3 9। ये की है पता लग गया कि आपां नूं 2 का डिफरेंस है इन्हां दे विच। की आ रहा 5 7 9 नाल क्या गया AP है, तो अगला की होएगा 11 है। 5 प्लस 2 7, 7 प्लस 2 9, ये की है चलती जा रही है। ठीक है, हुण आपां नूं की पता लग गया इत्थों? आपां नूं पता लग गया ए किन्ना है, मान लिया कि A 5 है। ठीक है, और D किन्ना होएगा, दूसरा पद की है 5 7 9 11, 7 माइनस 5 D किन्ना 2। ठीक है, सो इसलिए एक अजिही AP बनती है जिसका साझा अंतर की है 2। आपां नूं की गया गया कि 24 पदां का जोड़फल पता करना है S24। सो n किन्ना हो गया 24, n भी पता लग गया। आपां सिर्फ आ ही पता करना है, फार्मूला लगा दो n/2 है ना, 2a प्लस n माइनस 1 इंटू डी। जो इस दे विच वैल्यू पुट करोगे n किन्ना 24, 24/2 2a किन्ना 5 इंटू 5 प्लस n किन्ना 24 माइनस 1 और d किन्ना 2। इस नूं सोल्व करो, की है वैल्यू की निकल के आ जाएगी 672।
ਸੋ ਇਹ ਕੀ ਹੈ, ਇਸ ਦਾ ਸੋਲਿਊਸ਼ਨ ਹੈ। ਸੋ ਇਹ ਇਸ ਦੇ 24 ਪਦਾਂ ਦਾ ਕੀ ਹੈ, ਜੋੜ ਹੈ। ਸੋ ਅੰਕ ਗਣਿਤਕ ਲੜੀਆਂ ਜੋ ਹੈ, ਅਰਥਮੈਟਿਕ ਪ੍ਰੋਗਰੈਸ਼ਨ ਜੋ ਹੈ, ਉਹ ਚੈਪਟਰ ਕੰਪਲੀਟ ਹੁੰਦਾ ਹੈ। ਸੋ ਇਸ ਤੋਂ ਬਾਅਦ ਨਵੇਂ ਚੈਪਟਰ ਦੇ ਵਿੱਚ ਮਿਲਾਂਗੇ ਜਦੋਂ ਵੀ ਨਵਾਂ ਚੈਪਟਰ ਸ਼ੁਰੂ ਕੀਤਾ ETT ਪੇਪਰ 2 ਦਾ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਿਓ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।